परम सन्मानयोग गुरु रूप गुरु खालसा साध संगत जी। वाहिगुरु जी का खालसा वाहिगुरु जी की फतेह। जगत ਦੇ ਕਲਿਆਣ ਕਰਦੇ ਹੋਏ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਲਾਹੌਰ ਸ਼ਹਿਰ ਵਿੱਚ ਪਹੁੰਚੇ ਤਾਂ ਉੱਥੇ ਇੱਕ ਦੁਨੀ ਚੰਦ ਬਾਣੀਆ ਰਹਿੰਦਾ ਸੀ, ਜੋ ਆਪਣੇ ਪਿਤਾ ਦੇ ਨਿਮਿਤ ਸ਼ਰਾਧ ਕਰਾ ਰਿਹਾ ਸੀ। ਇਸ ਨੂੰ ਵੀ ਸਤਿਗੁਰਾਂ ਦੇ ਆਉਣ ਬਾਰੇ ਪਤਾ ਲੱਗ ਗਿਆ। ਸਤਿਗੁਰਾਂ ਦੀ ਮਹਿਮਾ ਤੋਂ ਇਹ ਪਹਿਲਾਂ ਤੋਂ ਹੀ ਜਾਣੂ ਸੀ। ਇਸ ਨੇ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਸਤਿਕਾਰ ਨਾਲ ਆਪਣੇ ਘਰ ਬੁਲਾਇਆ। ਬੜੀ ਸੋਹਣੀ ਜਗ੍ਹਾ 'ਤੇ ਸਤਿਕਾਰ ਨਾਲ ਗੁਰੂ ਜੀ ਨੂੰ ਬਿਠਾਇਆ ਅਤੇ ਆਪ ਉਹ ਬ੍ਰਾਹਮਣਾਂ ਦੀਆਂ ਕਤਾਰਾਂ ਨੂੰ ਆਪਣੇ ਪਿਤਾ ਨਿਮਿਤ ਸ਼ਰਾਧਾਂ ਦਾ ਭੋਜਨ ਛਕਾਉਂਦਾ ਰਿਹਾ। ਇਹ ਸਾਰਾ ਕੁਝ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਹੇ ਦੁਨੀ ਚੰਦ, ਇਹ ਬ੍ਰਾਹਮਣਾਂ ਦਾ ਇੰਨਾ ਭੀੜ ਭੜੱਕਾ ਕਿਉਂ ਕੀਤਾ ਹੋਇਆ ਹੈ? ਕਿਸ ਕਾਰਨ ਇਹਨਾਂ ਨੂੰ ਭੋਜਨ ਛਕਾ ਰਿਹਾ ਹੈ? ਉਸ ਨੇ ਗੁਰੂ ਜੀ ਦੇ ਬਚਨ ਸੁਣ ਕੇ ਕਿਹਾ ਕਿ ਹੇ ਸੱਚੇ ਪਾਤਸ਼ਾਹ, ਅੱਜ ਦੇ ਦਿਨ ਮੇਰਾ ਪਿਤਾ ਪਰਲੋਕ ਗਿਆ ਸੀ, ਇਸ ਲਈ ਉਸ ਦੇ ਨਿਮਿਤ ਇਹ ਸ਼ਰਾਧ ਕਰ ਰਿਹਾ ਹਾਂ। ਸਤਿਗੁਰਾਂ ਨੇ ਪੁੱਛਿਆ ਕਿ ਤੇਰੇ ਪਿਤਾ ਜੀ ਨੂੰ ਭੋਜਨ ਪਹੁੰਚ ਗਿਆ ਕਿ ਨਹੀਂ? ਤੈਨੂੰ ਇਸ ਗੱਲ ਦਾ ਪਤਾ ਹੈ? ਦੁਨੀ ਚੰਦ ਨੇ ਮਹਾਰਾਜ ਦੀ ਗੱਲ ਸੁਣ ਕੇ ਕਿਹਾ, ਮਹਾਰਾਜ ਜੀ, ਮੈਂ ਤਾਂ ਅਲਪਗ ਜੀਵ ਹਾਂ, ਇਸ ਬਾਰੇ ਕੀ ਜਾਣ ਸਕਦਾ ਹਾਂ। ਪਰ ਵਿਦਵਾਨ ਬ੍ਰਾਹਮਣ ਕਹਿੰਦੇ ਹਨ ਕਿ ਇਸ ਤਰ੍ਹਾਂ ਸ਼ਰਾਧ ਕਰਾਉਣ ਤੋਂ ਪਿੱਤਰ ਤ੍ਰਿਪਤ ਹੋ ਜਾਂਦੇ ਹਨ। ਮਹਾਰਾਜ ਜੀ ਨੇ ਦੁਨੀ ਚੰਦ ਦੀ ਗੱਲ ਸੁਣ ਕੇ ਕਿਹਾ ਕਿ ਭਾਈ, ਉਹ ਤੇਰਾ ਪਿਤਾ ਤਾਂ 3 ਦਿਨਾਂ ਦਾ ਭੁੱਖਾ ਬੈਠਾ ਹੈ। ਇਹ ਤਾਂ ਤੇਰਾ ਭਰਮ ਹੀ ਹੈ। ਵੈਸੇ ਜੇ ਆਪਾਂ ਕਿਸੇ ਭੁੱਖੇ ਨੂੰ ਰੋਟੀ ਖਵਾਈਏ ਤਾਂ ਬੜਾ ਪੁੰਨ ਲੱਗਦਾ ਹੈ, ਪਰ ਇਸ ਭਾਵਨਾ ਨਾਲ ਕਿ ਭੋਜਨ ਛਕਾਉਣ ਨਾਲ ਤੇਰਾ ਪਿਤਾ ਤ੍ਰਿਪਤ ਹੋ ਜਾਏਗਾ, ਇਹ ਅੰਧ ਵਿਸ਼ਵਾਸ ਹੈ। ਦੁਨੀ ਚੰਦ ਨੇ ਕਿਹਾ ਕਿ ਮਹਾਰਾਜ ਜੀ, ਤੁਸੀਂ ਤਾਂ ਜਾਣੀ ਜਾਣ ਹੋ ਅਤੇ ਇਸ ਸੰਸਾਰ ਦੇ ਮਾਲਕ ਹੋ। ਤੁਹਾਨੂੰ ਤਾਂ ਸਭ ਕੁਝ ਹੀ ਪਤਾ ਲੱਗ ਚੁੱਕਿਆ ਹੈ ਕਿ ਮੇਰੇ ਪਿਤਾ ਜੀ 3 ਦਿਨਾਂ ਤੋਂ ਭੁੱਖੇ ਬੈਠੇ ਹਨ। ਇਸ ਲਈ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਉਹ ਕਿੱਥੇ ਹਨ ਅਤੇ ਕਿਸ ਜੂਨ ਵਿੱਚ ਹਨ। ਗੁਰੂ ਜੀ ਨੇ ਦੁਨੀ ਚੰਦ ਦੀ ਗੱਲ ਸੁਣ ਕੇ ਕਿਹਾ ਕਿ ਇੱਥੋਂ 5 ਕੋਹ ਦੱਖਣ ਦਿਸ਼ਾ ਵੱਲ ਜਾ, ਉੱਥੇ ਤੈਨੂੰ ਬਘਿਆੜ ਦੀ ਜੂਨ ਵਿੱਚ 3 ਦਿਨਾਂ ਦਾ ਭੁੱਖਾ ਤੇਰਾ ਪਿਤਾ ਤੈਨੂੰ ਮਿਲੇਗਾ। ਤੂੰ ਇਹ ਭਰਮ ਨਾ ਕਰੀ ਕਿ ਉਹ ਤੈਨੂੰ ਮਾਰੇਗਾ। ਤੈਨੂੰ ਉਹ ਕੁਝ ਨਹੀਂ ਕਹੇਗਾ। ਆਪਣੇ ਪਿਤਾ ਦਾ ਨਾਮ ਲੈ ਕੇ ਉਸ ਨੂੰ ਪੁਕਾਰੀ, ਫਿਰ ਤੈਨੂੰ ਆਪੇ ਹੀ ਪਤਾ ਲੱਗ ਜੂਗਾ। ਜੈਸਾ ਕਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ, ਹੇਤ ਬਤਾਵਨ ਬੈਨ ਅਲਾਏ ਤਬ ਪਿਤ ਬ੍ਰਿਖ ਦੇਹੀ ਕੋ ਪਾਏ 5 ਕੋਸ ਪਰ ਝਾਰਨ ਮਾਹੀ ਭੂਖੋ ਬੈਠ ਰਹਿਓ ਸੋ ਤਾਹੀ। ਸੋ ਇਸ ਪ੍ਰਕਾਰ ਜਦੋਂ ਭੋਜਨ ਲੈ ਕੇ ਦੁਨੀ ਚੰਦ ਉੱਥੋਂ ਤੁਰਨ ਲੱਗਾ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਕਰਤਾਰ 'ਤੇ ਭਰੋਸਾ ਰੱਖੀ, ਡਰੀ ਨਾ। ਜਿਹੜੇ ਤੂੰ ਸਾਡੇ ਦਰਸ਼ਨ ਕੀਤੇ ਹਨ, ਸਾਡੀ ਨਜ਼ਰ ਤੇਰੇ 'ਤੇ ਪਈ ਹੈ। ਤੇਰੇ ਦਰਸ਼ਨ ਕਰਦਿਆਂ ਹੀ ਤੇਰਾ ਬਘਿਆੜ ਬਣਿਆ ਹੋਇਆ ਪਿਤਾ ਮਨੁੱਖ ਰੂਪ ਹੋ ਜਾਏਗਾ। ਦੁਨੀ ਚੰਦ ਖੀਰ ਦਾ ਬਰਤਨ ਭਰ ਕੇ ਗੁਰੂ ਜੀ ਦੁਆਰਾ ਦੱਸੀ ਹੋਈ ਥਾਂ 'ਤੇ ਚਲਾ ਗਿਆ। ਜਦੋਂ 5 ਕੋਹ ਦੱਖਣ ਵੱਲ ਝਾੜੀਆਂ ਕੋਲ ਗਿਆ ਤਾਂ ਇੱਕ ਬਘਿਆੜ 3 ਦਿਨਾਂ ਦਾ ਭੁੱਖਾ, ਜੋ ਕਿ ਪਿਛਲੇ ਜਨਮ ਵਿੱਚ ਇਸ ਦਾ ਪਿਤਾ ਸੀ, ਉਹ ਬਿਠਾ ਦੇਖਿਆ। ਜਦੋਂ ਬਘਿਆੜ ਨੇ ਇਸ ਵੱਲ ਚੰਗੀ ਤਰ੍ਹਾਂ ਦੇਖਿਆ ਤਾਂ ਉਸੇ ਵੇਲੇ ਉਸ ਦੀ ਦੇਹ ਬਦਲ ਗਈ। ਬਘਿਆੜ ਦਾ ਜਾਮਾ ਛੱਡ ਕੇ ਪ੍ਰਕਾਸ਼ ਵਾਲੀ ਮਨੁੱਖ ਦੇਹੀ ਬਣ ਗਈ ਅਤੇ ਖੀਰ ਦਾ ਭਾਂਡਾ ਦੁਨੀ ਚੰਦ ਨੇ ਆਪਣੇ ਪਿਤਾ ਦੇ ਅੱਗੇ ਰੱਖ ਕੇ ਪੁੱਛਿਆ ਕਿ ਪਿਤਾ ਜੀ, ਤੁਸੀਂ ਤਾਂ ਬੜੇ ਧਰਮਾਤਮਾ ਸੀ, ਤੁਹਾਨੂੰ ਐਸੀ ਜੂਨ ਕਿਉਂ ਮਿਲ ਗਈ? ਆਪਣੇ ਪੁੱਤਰ ਦੁਨੀ ਚੰਦ ਦੀ ਗੱਲ ਸੁਣ ਕੇ ਉਸਨੇ ਕਿਹਾ ਕਿ ਜਦੋਂ ਮੇਰੇ ਪ੍ਰਾਣ ਨਿਕਲਣ ਲੱਗੇ ਸੀ ਤਾਂ ਆਪਣਾ ਗੁਆਂਢੀ ਚੁੱਲ੍ਹੇ 'ਤੇ ਮੱਛੀ ਭੁੰਨ ਰਿਹਾ ਸੀ। ਜਦੋਂ ਉਸ ਦੀ ਵਾਸ਼ਨਾ ਆਈ ਤਾਂ ਮੇਰਾ ਮਨ ਮਾਂਸ ਖਾਣ ਨੂੰ ਬੜਾ ਲਲਚਾਇਆ ਅਤੇ ਉੱਧਰੋਂ ਮੇਰੇ ਸਵਾਸ ਪੂਰੇ ਹੋ ਗਏ, ਭਾਵ ਕਿ ਮੈਂ ਮਰ ਗਿਆ। ਅੰਤ ਨੂੰ ਮਾਂਸ ਦੀ ਵਾਸ਼ਨਾ ਕਰਕੇ ਮਾਸਾਹਾਰੀ ਜੀਵ ਬਣ ਗਿਆ। ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ, ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ। ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 242 ਉੱਪਰ ਦਰਜ ਹੈ। ਜੁਗ ਜੁਗ ਮੇਰ ਸਰੀਰ ਕਾ ਬਾਸਨਾ ਬੱਧਾ ਆਵੈ ਜਾਵੈ। ਭਾਵ ਇਹ ਹੈ ਕਿ ਮਨ ਵਿੱਚ ਅੰਤਲੀ ਵਾਸਨਾ ਅਨੁਸਾਰ
ਬੰਦੇ ਨੂੰ ਜੂਨਾਂ ਵਿੱਚ ਜਾਣਾ ਪੈਂਦਾ ਹੈ। ਇਸੇ ਕਰਕੇ ਸਤਿਪੁਰਖ ਆਪਣੀ ਜੀਭ ਦੇ ਸਵਾਦ ਨੂੰ ਛੱਡ ਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਦੇ ਹਨ ਤੇ ਅੰਤ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ। ਇਹ ਕਹਿ ਕੇ ਬੈਕੁੰਠ ਨੂੰ ਜਾਂਦਾ ਹੋਇਆ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਤੇਰੇ ਘਰ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਜੀ ਆਪ ਆਏ ਹੋਏ ਹਨ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਤੇਰੇ ਤੇ ਪਈ ਹੈ। ਤੇਰੇ ਦਰਸ਼ਨ ਕਰਕੇ ਉਸ ਕਿਰਪਾ ਦਾ ਹਿੱਸਾ ਮੈਨੂੰ ਵੀ ਪ੍ਰਾਪਤ ਹੋ ਗਿਆ ਹੈ ਤੇ ਇਸ ਲਈ ਨਦਰੀ ਨਦਰ ਨਿਹਾਲ ਹੋ ਗਿਆ ਹਾਂ। ਇਉਂ ਕਹਿ ਕੇ ਦੁਨੀ ਚੰਦ ਦਾ ਪਿਤਾ ਬੈਕੁੰਠ ਨੂੰ ਚਲਾ ਗਿਆ। ਸੋਰਠ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਹਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸਾਧ ਸੰਗਤ ਜੀ, ਇਸ ਪ੍ਰਕਾਰ ਗੁਰੂ ਦੀ ਨਦਰ ਨਿਹਾਲ ਕਰ ਦਿੰਦੀ ਹੈ। ਇਤਿਹਾਸ ਵਿੱਚ ਇੱਕ ਹੋਰ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਲਦੀ ਹੈ। ਉਹ ਇਹ ਹੈ ਕਿ ਗੁਰੂ ਜੀ ਜਦੋਂ ਭਾਈ ਬਾਲੇ ਤੇ ਭਾਈ ਮਰਦਾਨੇ ਸਮੇਤ ਜਾ ਰਹੇ ਸਨ ਤਾਂ ਰਸਤੇ ਵਿੱਚ ਸਾਹਮਣੇ ਉਹਨਾਂ ਨੂੰ ਇੱਕ ਵਪਾਰੀ ਮਿਲਿਆ। ਸਤਿਗੁਰਾਂ ਨੇ ਪੁੱਛਿਆ ਕਿ ਭਾਈ, ਇਸ ਗਠੜੀ ਵਿੱਚ ਕੀ ਬੰਨਿਆ ਹੋਇਆ ਹੈ? ਵਪਾਰੀ ਬੜੀ ਨਿਮਰਤਾ ਤੇ ਪਿਆਰ ਨਾਲ ਬੋਲਿਆ, ਜੀ ਹਜ਼ੂਰ, ਇਸ ਵਿੱਚ ਲੂਣ, ਹਲਦੀ, ਘਿਓ, ਤੇਲ ਆਦਿਕ ਵਸਤੂਆਂ ਹਨ। ਰੋਜ਼ੀ ਰੋਟੀ ਵਾਸਤੇ ਨਗਰਾਂ ਵਿੱਚ ਫਿਰ ਕੇ ਮੈਂ ਇਹ ਸੌਦਾ ਵੇਚਦਾ ਹਾਂ। ਉਸ ਦਾ ਭਲਾ ਕਰਨ ਲਈ ਸਤਿਗੁਰੂ ਜੀ ਬੋਲੇ, ਇਹ ਗਠੜੀ ਖੋਲ੍ਹ ਕੇ ਦਿਖਾ। ਗੁਰੂ ਜੀ ਦਾ ਬਚਨ ਮੰਨਦਿਆਂ ਉਸਨੇ ਜਲਦੀ ਹੀ ਗਠੜੀ ਖੋਲ੍ਹ ਕੇ ਸਾਹਮਣੇ ਰੱਖ ਦਿੱਤੀ। ਸਤਿਗੁਰਾਂ ਨੇ ਤੋਲਣ ਵਾਲੇ ਪੱਥਰ ਦੇ ਵੱਟਿਆਂ ਵਿੱਚੋਂ ਸਭ ਤੋਂ ਛੋਟਾ ਵੱਟਾ, ਜੋ ਕਿ ਪਾਈਆ ਦਾ ਹੁੰਦਾ ਹੈ, ਉਹ ਆਪਣੇ ਹੱਥ ਵਿੱਚ ਚੁੱਕ ਲਿਆ। ਗਠੜੀ ਵਿੱਚ ਪਾਇਆ ਵੱਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਭਾਈ, ਇਹਨਾਂ ਦੇ ਨਾਮ ਦੱਸ। ਗੁਰੂ ਜੀ ਦੇ ਬਚਨ ਸੁਣ ਕੇ ਵਪਾਰੀ ਨੇ ਕਿਹਾ ਕਿ ਇਹ 2 ਸੇਰ ਹੈ, ਇਹ 1 ਸੇਰ ਹੈ, ਇਹ ਅੱਧਾ ਸੇਰ ਹੈ ਤੇ ਇਹ ਜੋ ਆਪ ਜੀ ਦੇ ਹਸਤ ਕਮਲਾਂ ਵਿੱਚ ਹੈ, ਇਹ ਪਾਈਆ ਦਾ ਹੈ, ਜੋ ਸਭ ਤੋਂ ਛੋਟਾ ਹੈ। ਉਸ ਵਪਾਰੀ ਦੀ ਗੱਲ ਸੁਣ ਕੇ ਸਤਿਗੁਰੂ ਜੀ ਬਹੁਤ ਖੁਸ਼ ਹੋਏ। ਇਤਿਹਾਸ ਵਿੱਚ ਬਚਨ ਆਉਂਦਾ ਹੈ, ਚੌਪਈ, ਸੁਨ ਗੁਰ ਕਹੈ ਧਨ ਇਹ ਪਾਊ, ਜਿਨ ਆਪਣੋ ਲਗ ਨਾਮ ਧਰਾਊ। ਧਨ ਇਹ ਪਾਈਆ ਹੈ ਜਿਸ ਨੇ ਆਪਣਾ ਛੋਟਾ ਜਿਹਾ ਨਾਮ ਧਰਾਇਆ ਹੋਇਆ ਹੈ। ਇੱਥੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਦੀ ਕਿਰਪਾ ਦ੍ਰਿਸ਼ਟੀ ਨੀਵਿਆਂ 'ਤੇ ਪੈਂਦੀ ਹੈ, ਉੱਚਿਆਂ 'ਤੇ ਨਹੀਂ। ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨੀਵਿਆਂ ਨੂੰ ਉੱਚੇ ਤੇ ਪੂਜਣਯੋਗ ਬਣਾ ਦਿੰਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫਰਮਾਨ ਹੈ, ਨੀਚੋਂ ਊਚ ਕਰੈ ਮੇਰਾ ਗੋਬਿੰਦ। ਤੇ ਸਤਿਗੁਰੂ ਜੀ ਦਾ ਐਸਾ ਵੀ ਕਥਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਛੱਡਿਆ ਸਿਉ ਕਿਆ ਰੀਸ। ਜਿੱਥੈ ਨੀਚ ਸਮਾਲੀਅਣ, ਤਿੱਥੈ ਨਦਰ ਤੇਰੀ ਬਖਸ਼ੀਸ। ਜਦੋਂ ਗੁਰੂ ਜੀ ਨੇ ਕਿਰਪਾ ਭਰੀ ਨਜ਼ਰ ਦੇ ਨਾਲ ਉਸ ਵਪਾਰੀ ਨੂੰ ਤੱਕਿਆ ਤੇ ਅਮੋਲਕ ਰਸਨਾ ਤੋਂ ਵਪਾਰੀ ਨੂੰ ਬਚਨ ਸੁਣਾਇਆ, ਤਾਂ ਵਪਾਰੀ ਨੇ ਜਾਣ ਲਿਆ ਕਿ ਨਿਰੰਕਾਰ ਦੇ ਸਰਗੁਣ ਸਰੂਪ ਪੂਰਨ ਸਤਿਗੁਰੂ ਜੀ ਸੰਸਾਰ ਨੂੰ ਤਾਰਨ ਵਾਸਤੇ ਵਿਚਰ ਰਹੇ ਹਨ। ਸੋ ਇਸ ਲਈ ਉਸ ਵਪਾਰੀ ਦੇ ਭਾਗ ਜਾਗੇ ਤੇ ਆਪਾ ਭਾਵ ਮੇਟ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ 'ਤੇ ਉਸਨੇ ਆਪਣਾ ਸਿਰ ਰੱਖ ਦਿੱਤਾ। ਬੇਹੱਦ ਪ੍ਰੇਮ ਵਿੱਚ ਨਿਮਗਨ ਹੋ ਕੇ ਗੁਰੂ ਜੀ ਦੇ ਚਰਨਾਂ ਤੋਂ ਕਾਫੀ ਦੇਰ ਉਸਨੇ ਆਪਣਾ ਸਿਰ ਨਹੀਂ ਚੁੱਕਿਆ। ਇਹ ਦੇਖ ਕੇ ਹਜ਼ੂਰ ਨੇ ਉਸਦੇ ਸੀਸ 'ਤੇ ਆਪਣਾ ਹਸਤ ਕਮਲ ਰੱਖ ਕੇ ਕਿਰਪਾ ਭਰੀ ਨਜ਼ਰ ਨਾਲ ਤੱਕਦਿਆਂ ਉਸਦੇ ਕਪਾਟ ਖੋਲ੍ਹ ਦਿੱਤੇ। ਤਹਿ ਛਿਨ ਖੁੱਲ ਗਏ ਬਿਕਟ ਕਪਾਟਾ, ਅਦਭੁਤ ਭਇਓ ਅਪਰ ਹੀ ਠਾਟਾ, ਜਗਿਓ ਗਿਆਨ ਦੁਬਿਧਾ ਸਭ ਖੋਈ, ਤੀਨ ਲੋਕ ਕੀ ਸੁਧ ਉਰ ਹੋਈ। ਉਸੇ ਛਿਣ ਦਿਵ ਦ੍ਰਿਸ਼ਟੀ ਜਾਗ ਗਈ, ਹਿਰਦੇ ਵਿੱਚੋਂ ਦਵੈਸ਼ ਮਿਟ ਗਈ ਤੇ ਉਸਨੂੰ ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ। ਉਸੇ ਛਿਨ ਇਸ 'ਤੇ ਕਿਰਪਾ ਦ੍ਰਿਸ਼ਟੀ ਹੋਈ ਦੇਖ ਕੇ ਭਾਈ ਬਾਲੇ ਨੇ ਬੇਨਤੀ ਕੀਤੀ ਕਿ ਇਨ ਵੈਪਾਰੀ ਤਤਛਿਨ ਪਾਈ, ਕਛ ਚਿਰ ਕਾਲ ਨਾ ਸੇਵ ਕਮਾਈ। ਕਿ ਮਹਾਰਾਜ, ਤੁਸੀਂ ਇਸ 'ਤੇ 1 ਮਿੰਟ ਵਿੱਚ ਕਿਰਪਾ ਦ੍ਰਿਸ਼ਟੀ ਕਰ ਦਿੱਤੀ। ਨਾ ਤਾਂ ਇਸਨੇ ਕੋਈ ਘਾਲ ਕਮਾਈ ਕੀਤੀ ਹੈ, ਨਾ ਹੀ ਕੋਈ ਇਸਨੇ ਸੇਵਾ ਕੀਤੀ ਹੈ। ਭਾਈ ਬਾਲੇ ਜੀ ਦੀ ਗੱਲ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਬਾਲਿਆ, ਇਸ ਦੀ ਪਿਛਲੇ ਜਨਮ ਦੀ ਕਮਾਈ ਸੀ। ਦੀਵਾ, ਬੱਤੀ,
ਤੇਲ ਤਾਂ ਪਹਿਲਾਂ ਹੀ ਤਿਆਰ ਸੀ, ਕੇਵਲ ਉਸ ਨੂੰ ਅਗਨੀ ਦਾ ਤੀਲਾ ਲਗਾ ਕੇ ਜਲਾਉਣ ਦੀ ਦੇਰ ਸੀ। ਦੀਪਕ ਬਾਤੀ ਤੇਲ ਯੁਤ ਪਾਵਕ ਲਾਵਨ ਦੇਰ, ਹੋਏ ਰੌਸ਼ਨੀ ਤੁਰੰਤ ਮਿਲ ਤਯੋ ਇਸ ਕੋ ਤੂੰ ਹੇਰ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਦਰ ਨੇ ਭਾਈ ਦੁਨੀ ਚੰਦ, ਉਸ ਦੇ ਪਿਤਾ ਨੂੰ ਤੇ ਇੱਕ ਵਪਾਰੀ ਨੂੰ ਨਿਹਾਲ ਕਰ ਦਿੱਤਾ। ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿਕ ਕਰਕੇ ਆਤਮਾ ਆਨੰਦ ਵਿੱਚ ਲੀਨ ਹੋ ਜਾਂਦੇ ਸਨ ਤੇ ਉਹਨਾਂ ਦੀ ਨਿਰਵਿਕਲਪ ਸਮਾਧੀ ਲੱਗ ਜਾਂਦੀ ਸੀ। ਜਦੋਂ ਸੂਰਜ ਨਿਕਲਦਾ ਸੀ ਤਾਂ ਗੁਰੂ ਜੀ ਦੀ ਸਮਾਧੀ ਖੁੱਲ੍ਹਦੀ ਸੀ। ਸਮਾਧੀ ਖੁੱਲ੍ਹਣ ਤੋਂ ਉਪਰੰਤ ਉਹਨਾਂ ਦੀ ਪਹਿਲੀ ਦ੍ਰਿਸ਼ਟੀ ਜਿਸ ਉੱਤੇ ਵੀ ਪੈਂਦੀ ਸੀ ਉਹ ਨਿਹਾਲ ਹੋ ਜਾਂਦਾ ਸੀ। ਸੋ ਸਾਧ ਸੰਗਤ ਜੀ, ਐਸੀ ਕਿਰਪਾ ਦ੍ਰਿਸ਼ਟੀ ਦੁਆਰਾ ਸਤਿਗੁਰੂ ਜੀ ਜੀਵਾਂ ਨੂੰ ਨਿਹਾਲ ਕਰ ਦਿੰਦੇ ਹਨ। ਹੁਣ ਵੀ ਜਿਹੜਾ ਸਿੱਖ ਗੁਰਦੁਆਰੇ ਜਾ ਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ, ਉਹ ਵੀ ਨਿਹਾਲ ਹੋ ਜਾਂਦਾ ਹੈ। ਆਪਾਂ ਨੂੰ ਹੁਕਮ ਤਾਂ ਦਿਨ ਵਿੱਚ 2 ਵਾਰੀ ਜਾਣਦਾ ਹੈ, ਪਰ ਜੇ ਕੋਈ ਹਰ ਰੋਜ਼ ਗੁਰਦੁਆਰੇ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਤਾਂ ਇਹ ਵੀ ਬੜੀ ਵੱਡੀ ਗੱਲ ਹੈ। ਸੋ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਰੋਜ਼ ਗੁਰਦੁਆਰੇ ਜਾ ਕੇ ਗੁਰੂ ਜੀ ਦੇ ਦਰਸ਼ਨ ਕਰੀਏ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।